पंजाब दे ਮਿਹਨਤਕਸ਼ ਕਿਸਾਨਾਂ ਦੇ ਹੱਕ ਵਿੱਚ ਆਪਣੀ ਜ਼ੋਰਦਾਰ ਆਵਾਜ਼ ਬੁਲੰਦ ਕਰਦਿਆਂ ਹੋਇਆਂ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਕਿਸਾਨੀ ਨਾਲ ਸੰਬੰਧਿਤ 3 ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਭਾਈ ਕਨ੍ਹਈਆ ਜੀ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਨਿਮਾਣਾ ਦੀ ਅਗਵਾਈ ਵਿੱਚ ਚੱਕਾ ਜਾਮ ਕਰਕੇ ਸ਼ਾਂਤਮਈ ਰੋਸ ਧਰਨਾ ਜਗਰਾਓਂ ਪੁਲ ਤੇ ਭਾਰਤ ਨਗਰ ਚੌਂਕ ਲੁਧਿਆਣਾ ਵਿਖੇ ਲਗਾਇਆ ਗਿਆ। ਇਸੇ ਲੜੀ ਦੇ ਤਹਿਤ ਅੱਜ ਲੋਕ ਇਨਸਾਫ ਪਾਰਟੀ ਤੋਂ ਰਣਧੀਰ ਸਿੰਘ ਸਿਵਿਆ ਦੀ ਅਗਵਾਈ ਵਿੱਚ ਜਲੰਧਰ ਬਾਈਪਾਸ ਚੌਂਕ ਵਿਖੇ ਵੀ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ ਅਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਜੇ ਗੱਲ ਕਰੀਏ ਲੋਡੋਵਾਲ ਟੋਲ ਪਲਾਜ਼ਾ ਦੀ ਤਾਂ ਉੱਥੇ ਵੀ ਕੇਂਦਰ ਸਰਕਾਰ ਦੀਆਂ ਨੀਤੀਆਂ ਤੋਂ ਦੁਖੀ ਹੋ ਕੇ ਕਿਸਾਨਾਂ ਨੇ ਭਾਰਤ ਬੰਦ ਦੇ ਦੌਰਾਨ ਆਵਾਜਾਈ ਠੱਪ ਕੀਤੀ ਅਤੇ ਰੋਸ ਮੁਜ਼ਾਹਰਾ ਕੀਤਾ। CPD ਨਿਊਜ਼ ਤੋਂ ਸਨੀ ਵਰਮਾ ਦੀ ਖਾਸ ਰਿਪੋਰਟ। सर जो अज 27 तरीक ਨੂੰ ਬੰਦ ਦਾ ਸੱਦਾ ਦਿੱਤਾ ਗਿਆ ਉਹਦੇ ਵਾਸਤੇ ਤੁਸੀਂ ਜਗਰਾਓਂ ਪੁਲ ਤੇ ਧਰਨਾ ਲਗਾਇਆ। ਤੁਹਾਡਾ ਪਰਮਾਨੈਂਟ ਧਰਨਾ ਵੀ ਚੱਲਦਾ ਪਿਆ ਇੱਕ ਜੀ, ਜੋ ਉੱਥੇ ਖੂਨਦਾਨ ਕੈਂਪ ਵੀ ਹੁੰਦਾ, ਹੋਰ ਵੀ ਲੋਕ ਆ ਰਹੇ ਆ। ਕੀ ਲੋਕਾਂ ਨੂੰ ਸੰਦੇਸ਼ ਦੇਣਾ ਚਾਹੁੰਦੇ, ਕੀ ਕਹਿਣਾ ਚਾਹੁੰਦੇ ਅੱਜ ਦੇ ਬੰਦ ਦੇ ਦੌਰਾਨ? ਦੇਖੋ ਅੱਜ ਕਿਸਾਨਾਂ ਨੂੰ ਪੂਰਾ 1 ਸਾਲ ਤੋਂ ਵੱਧ ਸਮਾਂ ਹੋ ਗਿਆ। ਪਹਿਲਾਂ ਪੰਜਾਬ ਦੀ ਬਰੂਹਾਂ ਤੇ ਬੈਠੇ ਰਹੇ ਆ, ਹੁਣ ਦਿੱਲੀ ਦੀ ਬਰੂਹਾਂ ਤੇ ਬੈਠੇ ਆ। ਉਹਨਾਂ ਨੂੰ ਪੂਰੇ 10 ਮਹੀਨੇ ਹੋ ਗਏ ਆ, 700 ਸ਼ਹੀਦੀਆਂ ਹੋ ਗਈਆਂ। ਇਹ ਅੰਨੀ ਬੋਲੀ ਸਰਕਾਰ ਨੂੰ ਨਾ ਤਾਂ ਵਿਖਦਾ ਨਾ ਸੁਣਾਈ ਦਿੰਦਾ। ਤੇ ਅੱਜ ਉਹਨਾਂ ਨੇ ਸਰਕਾਰ ਦੀਆਂ ਜੜ੍ਹਾਂ ਹਿਲਾਉਣ ਦੇ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ। ਭਾਈ ਕਨ੍ਹਈਆ ਜੀ ਮਿਸ਼ਨ ਸੇਵਾ ਸੁਸਾਇਟੀ ਜੋ ਪਿਛਲੇ ਲੰਬੇ ਅਰਸੇ ਤੋਂ ਪਿਛਲੇ 7 ਮਹੀਨਿਆਂ ਤੋਂ ਗੁਲਮੋਹਰ ਹੋਟਲ ਫਿਰੋਜ਼ਪੁਰ ਰੋਡ ਤੇ ਲੁਧਿਆਣਾ ਦੇ ਉਹਦੇ ਬਾਹਰ ਜੋ ਦਿਨ ਰਾਤ ਦਾ ਧਰਨਾ ਚੱਲ ਰਿਹਾ, ਅੱਜ ਉਹਨਾਂ ਦੇ ਇਸ ਭਾਰਤ ਬੰਦ ਦੇ ਧਰਨੇ ਨੂੰ ਪੂਰਾ ਸਮਰਥਨ ਦੇ ਰਹੀ ਹੈ। ਔਰ ਭਾਰਤ ਨਗਰ ਚੌਂਕ ਤੇ ਜਗਰਾਓਂ ਪੁਲ 2 ਪੁਆਇੰਟਾਂ ਤੇ ਸਾਡੇ ਮਿਸ਼ਨ ਵੱਲੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਇਹ ਸ਼ਾਂਤਮਈ ਰੋਸ ਧਰਨਾ ਚੱਲ ਰਿਹਾ ਹੈ। ਸ਼ਾਮ ਦੇ 4 ਵਜੇ ਤੱਕ ਦਾ ਸਮਾਂ ਹੈ ਔਰ ਅੱਜ ਦਾ ਇਹ ਧਰਨਾ ਭਾਰਤ ਸਰਕਾਰ ਦੀਆਂ ਜੜ੍ਹਾਂ ਹਿਲਾਵੇਗਾ ਔਰ ਉਹਨਾਂ ਨੂੰ ਮਜਬੂਰ ਕਰ ਦੇਵੇਗਾ ਜਿਹੜੇ ਕਿਸਾਨਾਂ ਦੀ ਇਹ ਜਾਇਜ਼ ਮੰਗਾਂ ਨੇ 3 ਕਾਲੇ ਕਾਨੂੰਨ ਨੇ ਉਹ ਰੱਦ ਕਰਨ ਤੇ ਮਜਬੂਰ ਹੋ ਜਾਣਗੇ। ਅੱਜ ਕੇਂਦਰੀ ਮੰਤਰੀ ਤੋਮਰ ਜੀ ਨੇ ਕਿਹਾ ਹੈਗਾ ਵੀ ਧਰਨੇ ਪ੍ਰਦਰਸ਼ਨ ਕਰਨ ਨਾਲ ਕੋਈ ਹੱਲ ਨਹੀਂ ਹੈਗਾ, ਬੈਠ ਕੇ ਸਮਝੌਤਾ ਹੈ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਤੋਮਰ ਇੱਕ ਨਾ ਤੋਤਾ, ਤੋਤੇ ਨੂੰ ਕੀ ਨਾ ਬੋਲ ਰਾਮ 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 ਤੇ ਉਹ ਰਾਮ ਰਾਮ ਬੋਲਦਾ। ਉਹ ਮੋਦੀ ਦਾ ਤੋਤਾ, ਉਹਨੂੰ ਕੁਛ ਨਹੀਂ ਪਤਾ। ਉਹਦੇ ਉੱਥੇ ਬੈਠ ਕੇ ਜਿਵੇਂ ਉਹਨਾਂ ਨੇ ਕਾਨੂੰਨ ਬਣਾ ਲਏ ਉਹਦੇ ਜਿਵੇਂ ਬੋਲੀ ਜਾਂਦਾ ਬੋਲੀ ਜਾਂਦਾ। ਇੱਕ ਕਿਸਾਨ ਹੋਵੇ ਨਾ, ਕਿਸਾਨ ਦਾ ਪੁੱਤ, ਤੇ ਉਹਨੂੰ ਪਤਾ ਦਰਦ ਕੀ ਕਿਸਾਨਾਂ ਦਾ ਤੇ ਕਾਨੂੰਨ ਕੀ ਨੇ। ਉਹ ਕੋਪੜ ਘਰਾਣਿਆਂ ਦੇ ਨਾਲ ਮਿਲ ਕੇ ਤੇ ਕਾਲੇ ਕਾਨੂੰਨ ਭਾਰਤ ਦੇ ਹਰੇਕ ਨਾਗਰਿਕ ਹੀ ਲੈ ਆਏ। ਤੂੰ ਤੇ ਬੈਠਾ ਮਿਨਿਸਟਰੀ ਦੀ ਸੀਟ ਤੇ, ਕਿਤੇ ਥੱਲੇ ਆ ਕੇ ਵੇਖ ਉਹਨਾਂ ਰਿਕਸ਼ੇ ਵਾਲਾ ਮਜ਼ਦੂਰਾਂ ਵੱਲ ਅੱਜ ਮਹਿੰਗਾਈ ਕਿਸ ਦੌਰ ਦੀ ਪਹੁੰਚ ਗਈ ਹੈ। ਇਹ ਕਹਿ ਦੇਣਾ ਬੜਾ ਸੌਖਾ ਹੈ। 11 ਮੀਟਿੰਗਾਂ ਤੁਹਾਡੇ ਨਾਲ ਕੀਤੀਆਂ ਕਿਸਾਨਾਂ ਨੇ, ਤੁਹਾਡੇ ਕੋਲ ਕੋਈ ਜਵਾਬ ਸੀ? ਤੁਸੀਂ ਤਸੱਲੀ ਕਰਾਈ ਉਹਨਾਂ ਦੀ? ਤੁਸੀਂ ਹਰ ਫਰੰਟ ਤੇ ਉਹਨਾਂ ਦੀ ਗੱਲਬਾਤ ਦੇ ਵਿੱਚ ਫੇਲ ਹੋਏ ਹੋ। ਸਰਕਾਰ ਵੱਲੋਂ ਵੀ ਕਿਹਾ ਜਾਂਦਾ ਜਿਹੜਾ ਤੁਸੀਂ ਧਰਨੇ ਵਗੈਰਾ ਲਾ ਰਹੇ ਤੁਹਾਨੂੰ ਬਾਹਰੋਂ ਫੰਡਿੰਗ ਆਉਂਦੀ ਪਈ ਹੈ, ਇਸ ਕਰਕੇ ਤੁਸੀਂ ਆਰਾਮ ਨਾਲ ਬੈਠੇ ਹੋ, ਹੋਰ ਕੋਈ ਹੱਲ ਨਹੀਂ ਕਰਦੇ ਪਏ। ਬਸ ਫੰਡਿੰਗ ਲੈਣ ਵਾਸਤੇ ਤੁਸੀਂ ਆਰਾਮ ਨਾਲ ਬੈਠੇ ਹੋ। ਇਹ ਭਾਰਤ ਸਰਕਾਰ ਦੀ ਏਜੰਸੀਆਂ ਦੇ ਕੰਮ ਨੇ, ਇਹ ਉਹਨਾਂ ਦਾ ਕੰਮ ਹੈ। ਉਹਨਾਂ ਨੇ ਕਿਸ ਤਰ੍ਹਾਂ ਅੰਦੋਲਨ ਨੂੰ ਬਦਨਾਮ ਤੇ ਖਰਾਬ ਕਰਨਾ। ਸੋ ਇਹਨਾਂ ਭਾਰਤ ਦੇ ਲੋਕ ਨਾਗਰਿਕ ਜਾਣਦੇ ਹੈ ਇਹ 3 ਕਾਲੇ ਕਾਨੂੰਨ ਨੇ ਭਾਰਤ ਦੇ ਹਰੇਕ ਨਾਲ ਹੀ ਮੌਤ ਦਾ ਫਤਵਾ ਹੈ। ਕਿਸਾਨ ਲੜਾਈ ਲੜ ਰਹੇ ਹੈ, ਫੰਡਾਂ ਦੀ ਖਾਤਰ ਸ਼ਹਾਦਤਾਂ ਨਹੀਂ ਦਿੱਤੀਆਂ ਜੀ ਬਰੂਹਾਂ ਤੇ ਬੈਠ ਕੇ। ਰੇਲਾਂ ਨੂੰ ਰੋਕਿਆ ਜਾ ਰਿਹਾ, ਆਮ ਜਨਤਾ ਦਾ ਕੀ ਕਸੂਰ ਹੈ ਉਹਦੇ ਵਿੱਚ ਜਿਹੜੀ ਤਕਲੀਫ? ਆਮ ਜਨਤਾ ਨੂੰ ਕੌਣ ਪਰੇਸ਼ਾਨ ਕਰ ਰਿਹਾ ਹੈ? ਭਾਰਤ ਸਰਕਾਰ ਕਰ ਰਹੀ ਹੈ। GST ਨਹੀਂ ਕੀਤਾ, ਨੋਟਬੰਦੀ ਰਾਹੀਂ ਕੀਤਾ, ਕੋਵਿਡ ਕੁਦਰਤ ਵੱਲੋਂ ਬਿਮਾਰੀ ਆ ਗਈ। ਹੁਣ 3 ਕਾਲੇ ਕਾਨੂੰਨਾਂ ਨੇ 1.25 ਸਾਲ ਹੋ ਗਿਆ ਇਹ ਮੋਦੀ ਨੇ ਪਰੇਸ਼ਾਨ ਕੀਤਾ ਹੋਇਆ। ਸਾਨੂੰ ਕੀ ਲੋੜ ਸੜਕਾਂ 'ਤੇ ਬੈਠਣ ਤੇ? ਅਸੀਂ ਘਰੋਂ ਬੇਕਾਰ ਹੋਏ ਪਏ ਹਾਂ, ਹੈ ਨਾ। ਲੱਖਾਂ ਕਿਸਾਨ ਬੈਠੇ ਬਰੂਹਾਂ ਦੇ ਉੱਤੇ ਘਰੋਂ ਬੇਕਾਰ ਨੇ। ਪਰਚੇ ਉਹਨਾਂ ਦਰਜ ਕੀਤੇ ਗਏ, ਅੰਦੋਲਨ ਉਹ ਕਰਦੇ, ਛਲੀਆਂ ਵਾਂਗੂ ਉਹਨੂੰ ਛਿਲਦੇ ਆ, ਹੈ ਨਾ। ਪਰਚੇ ਉਹਨਾਂ 'ਤੇ ਦਰਜ ਹੁੰਦੇ ਆ, ਡਾਂਗਾ ਉਹਨਾਂ ਨੂੰ ਫਿਰਦੀਆਂ, ਗੋਲੀਆਂ ਉਹ ਖਾਂਦੇ ਆ, ਅੰਦਰ ਉਹ ਹੁੰਦੇ ਆ, ਸ਼ਹੀਦੀਆਂ ਉਹ ਕਰ ਚੁੱਕੇ ਆ। ਇਹ ਫੰਡਿੰਗ ਲੈਣ ਲਈ ਹੁੰਦੀਆਂ ਲੱਖ ਲਾਂਟੇ ਇਹਨਾਂ ਦੇ ਲੋਕਾਂ ਜਿਹੜੇ ਇਹ ਗੱਲਾਂ ਕਰਦੇ ਆ। ਹਾਂਜੀ ਸਰ, ਅੱਜ ਜਿਹੜਾ ਬੰਦ 27 ਤਰੀਕ ਦਾ ਬੰਦ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ ਉਹਦੇ ਵਿੱਚ ਤੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ, ਕੀ ਕਹਿਣਾ ਚਾਹੁੰਦੇ ਹੋ? ਦੇਖੋ ਪਿਛਲੇ 1 ਸਾਲ ਤੋਂ ਕਰੀਬ ਸਾਡਾ ਕਿਸਾਨ ਭਾਈਚਾਰਾ ਮਜ਼ਦੂਰ ਪਿਛਲੇ 1 ਸਾਲ ਤੋਂ ਘਰ-ਬਾਰ ਛੱਡ ਕੇ ਸੜਕਾਂ ਤੇ ਬੈਠੇ ਆ ਔਰ ਬੜੇ ਦੁੱਖ ਦੀ ਗੱਲ ਹੈ ਕਿ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਕਰੀਬ 8 ਸਾਲ ਹੋ ਗਏ, 7-8 ਸਾਲ ਆਪਣੇ ਮਨ ਦੀ ਬਾਤ ਸੁਣਾਉਂਦਾ ਸਾਰਿਆਂ ਨੂੰ। ਉਹਨੇ ਕਿਸੇ ਦੇ ਮਨ ਦੀ ਗੱਲ ਅੱਜ ਤੱਕ ਸੁਣੀ ਨਹੀਂ। ਸੋ ਇਹ ਜਿਹੜਾ ਅੱਜ ਪ੍ਰੋਟੈਸਟ ਹੋ ਰਿਹਾ ਹੈ ਇਹਦੇ 'ਚ ਇਕੱਲਾ ਕਿਸਾਨ ਨਹੀਂ ਹੈ, ਇਹ ਦੇਖੋ ਮਜ਼ਦੂਰ ਭਾਈਚਾਰਾ, ਛੋਟਾ ਨੌਕਰੀ ਪੇਸ਼ੇ ਵਾਲਾ, ਦੁਕਾਨਦਾਰ,
ਹਰ ਵਰਗ ਅੱਜ ਸੜਕ ਦੇ ਉੱਤੇ ਆਇਆ। ਉਹਦਾ ਕਾਰਨ ਉਹਦਾ ਇਹੀ ਹੈ ਕਿ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਜਿਹੜਾ ਉਹ ਆਪਣੇ ਮਨ ਦੀ ਗੱਲ ਦੂਜੇ ਦੇ ਉੱਤੇ ਠੋਸਦਾ ਔਰ ਜਨਤਾ ਦੀ ਗੱਲ ਸੁਣਨ ਨੂੰ ਤਿਆਰ ਨਹੀਂ। ਇਹ ਵੱਡਾ ਰੀਜ਼ਨ ਹੈ ਕਿ ਅੱਜ ਜਿਹੜੇ ਲੋਕ ਜਿਹੜੇ ਸੜਕਾਂ ਦੇ ਉੱਤੇ ਤਕਰੀਬਨ 1 ਸਾਲ ਦੇ ਕਰੀਬ ਹੋ ਚੁੱਕਿਆ ਹੈ, ਲੇਕਿਨ ਹਜੇ ਤੱਕ ਕੋਈ ਵੀ ਜਿਹੜਾ ਹੈਗਾ ਆ ਉਹਨਾਂ ਦੀ ਸਰਕਾਰ ਦੇ ਕੰਨਾਂ ਤੱਕ ਜੂੰ ਨਹੀਂ ਸਰਕੀ। ਉਹਨਾਂ ਨੇ ਬਿਲਕੁਲ ਵੀ ਕਾਨੂੰਨ ਲੈਣ ਤੋਂ ਨਾ ਤਾਂ ਮਨਾ ਕੀਤਾ ਹੈ, ਨਾ ਹੀ ਹਾਂ ਕੀਤੀ ਆ, ਕਿਸੇ ਪਾਸੇ ਵੀ ਨਹੀਂ ਹਜੇ ਜਾ ਰਹੇ। ਕੀ ਕਹੋਗੇ ਵੀ ਅੱਗੇ ਕਿੰਨਾ ਚਿਰ ਪ੍ਰੋਟੈਸਟ ਆਪਣਾ ਚੱਲਦਾ? ਦੇਖੋ, ਸੰਯੁਕਤ ਕਿਸਾਨ ਮੋਰਚਾ, ਸਾਡੀ ਲੋਕ ਇਨਸਾਫ ਪਾਰਟੀ ਪ੍ਰਧਾਨ ਸਾਹਿਬ ਵੱਲੋਂ ਵੀ ਕਾਲ ਦਿੱਤੀ ਗਈ ਹੈ ਕਿ ਕੋਈ ਵੀ ਪ੍ਰੋਟੈਸਟ ਸੰਯੁਕਤ ਮੋਰਚੇ ਵੱਲੋਂ ਹੁਕਮ ਆਊਗਾ ਤਾਂ ਲੋਕ ਇਨਸਾਫ ਪਾਰਟੀ ਅੱਗੇ ਹੋ ਕੇ ਉਹਦੇ ਤੇ ਪਹਿਰੇਦਾਰੀ ਦੇਊਗੀ। ਤਾਂ ਉਹ ਕੜੀ ਦੇ ਤਹਿਤ ਅੱਜ ਅਸੀਂ ਜਿਹੜਾ ਕਾਲ ਦਿੱਤੀ ਗਈ ਸੀ ਬੰਦ ਦੀ ਸੰਯੁਕਤ ਕਿਸਾਨ ਮੋਰਚੇ ਵੱਲੋਂ, ਅੱਜ ਲੋਕ ਇਨਸਾਫ ਪਾਰਟੀ ਸਮੁੱਚਾ ਵਰਕਰ ਸਾਰੇ ਸਾਡੇ ਵੱਖ-ਵੱਖ ਵਰਗਾਂ ਤੋਂ ਸਾਡਾ ਭਾਈਚਾਰਾ ਅੱਜ ਵੱਡੀ ਗਿਣਤੀ ਦੇ ਵਿੱਚ ਪਹੁੰਚ ਕੇ ਅਸੀਂ ਸੰਯੁਕਤ ਮੋਰਚੇ ਦਾ ਸਾਥ ਦੇਣ ਦੇ ਲਈ ਔਰ ਆਪਣੇ ਹੱਕ ਮੰਗਣ ਵਾਸਤੇ ਅੱਜ ਅਸੀਂ ਜਿਹੜਾ ਇੱਥੇ ਨਾਕਾਬੰਦੀ ਕਰਕੇ ਪਹਿਰੇਦਾਰੀ ਕਰ ਰਹੇ ਹਾਂ ਕਿ ਅਸੀਂ ਆਪਣੇ ਹੱਕ ਲੈਣੇ ਆ। ਕਿੰਨੀ ਦੇਰ ਨਹੀਂ ਦੇਣਗੇ ਹੱਕ? ਆ ਗਈ ਲੋ ਅੱਗੇ 2024 ਵੋਟਾਂ ਪੈਣੀਆਂ, ਕਿੰਨੀ ਵਾਰੀ ਝੂਠ ਬੋਲ ਲੈਣਗੇ, 15-15 ਲੱਖ ਦੇ ਦਾਂਗੇ, ਇਹ ਕਰ ਦਾਂਗੇ, ਉਹ ਕਰ ਦਾਂਗੇ। ਤਾਂ ਸਾਡੀਆਂ ਰਵਾਇਤੀ ਪਾਰਟੀਆਂ ਦਾ ਇੱਕ ਰਵੱਈਆ ਬਣ ਗਿਆ, ਇੱਕ ਸੋਚ ਬਣ ਗਈ ਉਹਨਾਂ ਦੀ ਕਿ ਜਿੱਡਾ ਵੱਡਾ ਝੂਠ ਬੋਲਾਂਗੇ ਓਡੀ ਵੱਡੀ ਲੀਡ ਮਿਲੂਗੀ। ਪਰ ਲੋਕ ਜਾਗਰੂਕ ਹੋ ਗਏ, ਹੁਣ ਇਹਨਾਂ ਦੇ ਝਾਂਸੇ 'ਚ ਨਹੀਂ ਆਉਣਗੇ। 2024 ਦੇ ਵਿੱਚ ਬੀਜੇਪੀ ਨੂੰ ਮੈਂ ਕਹਿੰਦਾ ਕਿ ਤੁਸੀਂ ਦੇਖਿਓ, ਲੋਕੀ ਗਲੀਆਂ 'ਚ ਸਵਾਲ ਕਰੂਗਾ, ਬੱਚਾ ਵੀ ਸਵਾਲ ਕਰੂਗਾ। ਆ ਬੱਚੇ ਕਰ ਰਹੇ ਆ ਸਵਾਲ ਤੁਹਾਡੇ ਸਾਹਮਣੇ, 3 ਸਾਲ ਦੇ, 8 ਸਾਲ ਦੇ, 9 ਸਾਲ ਦੇ ਬੱਚੇ ਸਵਾਲ ਕਰ ਰਹੇ ਆ। ਮੋਦੀ ਜੀ ਆਪਣੇ ਮਨ ਦੀ ਬਤਾ ਨਾ ਕਰੀਓ, ਦੂਜੇ ਦੀ ਸੁਣਨੀ ਵੀ ਸਿੱਖ ਲਓ। ਉਹਨਾਂ ਨੂੰ ਵੀ ਪਤਾ ਲੱਗ ਗਿਆ ਜੀ ਬੱਚਿਆਂ ਦਾ ਭਵਿੱਖ ਕੀ ਆ, ਉਹਨਾਂ ਨੂੰ ਆਪਣਾ ਪਤਾ ਲੱਗ ਗਿਆ। ਹਾਂਜੀ ਹਾਂਜੀ, ਤੇ ਉਹਨਾਂ ਨੂੰ ਆਪਣਾ ਭਵਿੱਖ ਦਾ ਵੀ ਪਤਾ ਲੱਗ ਗਿਆ ਕਿ ਸਾਡਾ ਭਵਿੱਖ ਕੀ ਆ। ਜੇ ਇੱਦਾਂ ਹੀ ਸਰਕਾਰਾਂ ਕਰਦੀਆਂ ਰਹੀਆਂ ਤਾਂ ਉਹਨਾਂ ਦਾ ਭਵਿੱਖ ਕੀ ਆ। ਉਹ ਸਵਾਲ ਪੁੱਛਣਗੇ, ਪੁੱਛਦੇ ਪਏ ਆ, ਅੱਗੇ ਹੋ ਕੇ ਪੁੱਛਦੇ ਪਏ ਆ। ਨਹੀਂ ਬੱਚੇ ਪੁੱਛ ਰਹੇ ਆ, ਆਪਾਂ ਗੱਲ ਇਸ ਟਾਈਮ ਤੇ ਕਰ ਰਹੇ ਸੀਗੇ ਵੀ ਜਿਹੜਾ ਹਜੇ ਤੱਕ ਕਾਨੂੰਨਾਂ ਨੂੰ ਰੱਦ ਕਿਉਂ ਨਹੀਂ ਕੀਤਾ ਗਿਆ? ਕਾਨੂੰਨਾਂ ਨੂੰ ਰੱਦ ਮੈਂ ਤਾਂ ਉਹੀ ਕਹਿ ਰਿਹਾ, ਜਿਹੜੀ ਇੱਕ ਪਾਰਟੀ ਚੰਦ ਕਾਰਪੋਰੇਟ ਘਰਾਣਿਆਂ ਦੀ ਪਾਰਟੀ ਬਣ ਜਾਵੇ, ਉਹਨੂੰ 4 ਘਰਾਣੇ ਦਿਖ ਰਹੇ ਨੇ ਜੀ, ਉਹਨੂੰ ਜਨਤਾ ਦਿਖ ਨਹੀਂ ਰਹੀ ਜਿਹਨਾਂ ਤੋਂ ਵੋਟ ਲਈ ਹੈ। ਜਦੋਂ ਮਨ ਦੇ ਵਿੱਚ 4 ਘਰਾਣਿਆਂ ਦਾ ਲਾਲਚ ਆ ਜਾਵੇ, ਪੈਸੇ ਦਾ ਲਾਲਚ ਆ ਜਾਵੇ, ਤਾਂ ਉੱਥੇ ਜਿਹੜੀ ਇੱਕ ਸੋਚ ਹੁੰਦੀ ਹੈ, ਮਾਨਸਿਕ ਸੋਚ ਹੁੰਦੀ ਹੈ, ਉਹ ਉੱਥੇ ਫਿਕਸ ਹੋ ਜਾਂਦੀ ਹੈ, ਵੱਧ ਜਾਂਦੀ ਹੈ ਸੋਚ। ਤਾਂ ਮੈਂ ਸਮਝਦਾ ਕਿ ਜਿਹੜੀ ਬੀਜੇਪੀ ਪ੍ਰਧਾਨ ਮੰਤਰੀ ਮੋਦੀ ਜਿਹੜੀ ਇਹਨਾਂ ਦੇ ਪਿੱਛੇ ਕੋਈ ਰਾਜਨੀਤਿਕ ਕੰਮ ਕਰਦੀ ਹੈ, ਅੱਜ ਇਹਨਾਂ ਦੀ ਸੋਚ ਜਿਹੜੀ ਹੈ ਉਹ ਵੱਧ ਚੁੱਕੀ ਹੈ, ਇਹਨਾਂ ਦੀ ਸੋਚ ਖਤਮ ਹੋ ਚੁੱਕੀ ਹੈ। ਅੱਜ ਕਾਰਪੋਰੇਟ ਘਰਾਣਿਆਂ ਦੇ ਕਰਿੰਦੇ ਬਣ ਚੁੱਕੇ ਹੈ। ਜਿਹੜਾ ਲੋਕ ਇਨਸਾਫ ਪਾਰਟੀ ਇਸ ਤਰ੍ਹਾਂ ਪੂਰੇ ਤਰੀਕੇ ਦੇ ਨਾਲ ਮਜ਼ਦੂਰਾਂ ਦੇ ਔਰ ਕਿਸਾਨਾਂ ਦੇ ਹੱਕ ਦੇ ਵਿੱਚ ਖੜੀ ਹੈ। ਮੈਂ ਕਹਾਂ ਜੀ ਲੋਕ ਇਨਸਾਫ ਪਾਰਟੀ ਨੇ ਪਹਿਲੇ ਦਿਨ ਤੋਂ ਧੋਖਾ ਦਿੱਤਾ ਵੀ ਜੋ ਸੰਯੁਕਤ ਕਿਸਾਨ ਮੋਰਚਾ ਡਿਊਟੀ ਲਾਊਗਾ, ਪਹਿਰੇਦਾਰੀ ਕਰਾਂਗੇ। ਮੈਂ ਦਿੱਲੀ ਜਾ ਕੇ ਆਇਆ ਪਰਸੋਂ, ਇੱਕ ਟਕੈਤ ਸਾਹਿਬ ਨੂੰ ਮਿਲ ਕੇ ਆਏ ਆ, ਰਾਜੇਵਾਲ ਸਾਹਿਬ ਨੂੰ ਮਿਲ ਕੇ ਆਏ ਆ। ਸੋਨੇ ਦੀ ਕਈ ਲੋਕ ਇਨਸਾਫ ਪਾਰਟੀ ਸਾਡੇ ਪ੍ਰਧਾਨ ਨੇ ਅਨਾਉਂਸ ਕੀਤਾ ਸੀਗਾ, ਜਦੋਂ 26 ਜਨਵਰੀ ਦੀ ਪਰੇਡ ਤੋਂ ਬਾਅਦ ਮੋਰਚੇ ਦੇ ਉੱਤੇ ਮਾੜੇ ਦਿਨ ਆਏ ਸੀ ਨਾ, ਤਾਂ ਉਸ ਵਕਤ ਸਾਡੇ ਪ੍ਰਧਾਨ ਸਾਹਿਬ ਨੇ ਸਾਈਕਲ ਯਾਤਰਾ ਦੁਬਾਰਾ ਸ਼ੁਰੂ ਕੀਤੀ ਔਰ ਅਨਾਉਂਸ ਕੀਤਾ ਸੀਗਾ ਕਿ ਅਸੀਂ ਸੰਯੁਕਤ ਮੋਰਚੇ ਨੂੰ ਸੋਨੇ ਦੀ ਕਈ ਭੇਟ ਕਰਾਂਗੇ। ਸੋ ਮੈਂ ਪਰਸੋਂ ਜਾ ਕੇ ਆਇਆ, ਉਹਨਾਂ ਕੋਲ ਟਾਈਮ ਦੀ ਮੰਗ ਕੀਤੀ ਹੈ, 5-7 ਦਿਨ ਦੇ ਵਿੱਚ ਟਾਈਮ ਦੇਣਗੇ। ਵੱਡਾ ਜਥਾ 2-4 ਹਜ਼ਾਰ ਕਿਸਾਨਾਂ ਦਾ ਜਥਾ ਲੈ ਕੇ ਮੋਰਚੇ 'ਚ ਜਾਵਾਂਗੇ ਔਰ ਉੱਥੇ ਸੋਨੇ ਦੀ ਕਈ ਭੇਟ ਕਰਕੇ ਆਵਾਂਗੇ। ਲੇਕਿਨ ਕੁਝ ਲੋਕਾਂ ਦਾ ਕਹਿਣਾ, ਕੁਝ ਸਰਕਾਰ ਜਿਸ ਤਰੀਕੇ ਨਾਲ ਬੀਜੇਪੀ ਸਰਕਾਰ ਵੱਲੋਂ ਜਾਂ ਹੋਰ ਕਿਸੇ ਨੁਮਾਇੰਦਿਆਂ ਦਾ ਕਹਿਣਾ ਹੈਗਾ ਕਿ ਇਹ ਜਿਹੜਾ ਮੋਰਚਾ ਲਾ ਕੇ ਬੈਠੇ ਆ, ਇਹਨਾਂ ਨੂੰ ਬਾਹਰੋਂ ਫੰਡਿੰਗ ਹੋ ਰਹੀ ਹੈ, ਸਿਰਫ ਫੰਡਿੰਗ ਦੀ ਵਜ੍ਹਾ ਕਰਕੇ ਬੈਠੇ ਆ। ਚਲੋ ਫੰਡਿੰਗ ਤਾਂ ਦੇਖੋ, ਫੰਡਿੰਗ ਤਾਂ ਹੁਣ ਇਹਨਾਂ ਦੇ ਕਹਿਣ ਮੁਤਾਬਕ ਫੰਡਿੰਗ ਹੈ ਨਾ। ਇਹਨਾਂ ਦੇ ਜਿਹੜਾ ਤਾਂ ਮੋਦੀ ਦਾ ਗੁਣਗਾਨ ਕਰ ਲਵੇ ਤਾਂ ਬੀਜੇਪੀ ਦਾ ਗੁਣਗਾਨ ਕਰ ਲਵੇ, ਉਹ ਕਿਸਾਨ ਹੁੰਦਾ। ਜਿਹੜਾ ਅਕਾਲੀ ਦਲ ਨੂੰ ਚੰਗਾ ਕਹਿ ਦੇਵੇ, ਉਹ ਕਿਸਾਨ ਹੈ। ਜਿਹੜਾ ਆਪਣੇ ਹੱਕ ਮੰਗ ਲਵੇ ਤੇ ਉਹ ਅੱਤਵਾਦੀ ਬਣੀ ਜਾਂਦਾ। ਉਹ ਤਾਂ ਇਹਨਾਂ ਦੀ ਫਿਤਰਤ ਹੈ। ਉਹ ਤਾਂ ਫੰਡਿੰਗ ਉਹਨਾਂ ਦੀ ਹੁੰਦੀ ਹੈ ਨਾ, ਜਿਹੜੇ ਉੱਥੇ ਬੈਠੇ ਆ। ਫੰਡਿੰਗ मोहम्मद इरशाद। ਕੀ ਕਹਿਣਾ ਚਾਹੁੰਦੇ ਅੱਜ ਦਾ ਜੋ ਭਾਰਤ मैं फैक्ट्री मालिक हूँ, यहाँ लेबर सारी इधर बहादुर के रोड पे ही फैक्ट्री है, ये सब बंद है। क्यों बंद है? आज की डेट में जो चीज़ हमारे जनरेटर में तेल 60 रुपये जलता था, आज वो कितना है? 100 रुपये। तो हमारी लागत बढ़ गई, लागत बढ़ने से हमें तो कुछ नहीं मिल रहा, लागत बढ़ गई, मिल कुछ नहीं रहा। जो ये धरना लगाते थे बीजेपी वाले, स्मिता रानी जाकर सारे वहाँ सिलेंडर ले लेके बैठ जाते थे, कहीं कुछ लेके कहते थे हम गारंटी देते हैं, हम तेल 30 रुपये 60 रुपये तेल बेचेंगे। आज वो गारंटी कहाँ गई? अब कह रहे हैं कि हम सड़कें बना रहे हैं। क्या कांग्रेस 70 साल से या कोई भी सरकार आई हो, क्या वो इनको कच्चे में चलाती थी, खेत में चलाती थी? कि हमारी सड़कें ही नहीं बनी हुई है, पुल ही नहीं बने हुए थे? कि पुल पहले क्या आदमी जीते नहीं थे, खाते नहीं थे? आज ये सरकार आगे कह रहे कोविड है, कोविड में क्या किसी को क्या दे दिया इन्होंने? कोविड में भी कोविड की वजह से लोगों का कामकाज ठप हो गया
गया। ठप हो गया। दूसरे नंबर पे उसके ऊपर महंगाई अब हमारे होजरी पे 5% टैक्स है, GST लगी हुई, अब उसको कह रहा है 12% लगाएंगे। तो क्या करेगा किसान, क्या करेगा मजदूर, क्या करेगा दुकानदार, ये बताओ। ये सारे तेल रेट बढ़ा दिए हैं और ये कहते हैं फंडिंग आती है। फंडिंग अभी ये भाई साहब खड़े, इनका एक लड़का कनाडा में बैठा, इनके लिए अगर वो 100 रुपये भेजा तो वो फंडिंग हो गई। कह लो बापू वहाँ जाकर मेरे धरने में ये लंगर लगाओ, तो वो फंडिंग हो गई। वो तो सेवा है, वो सेवा हो गई। तो वो लोग कहते हैं जी फंडिंग हो रही है। फंडिंग कहाँ से हो गई यही चीज़ कह है? रहे ये हैं, सारे बीजेपी वाले जितने भी हैं ये फंडिंग बताते हैं इसको। कभी कह देते हैं मुसलमान खड़ा होता है अपने के लिए, उसको सीधा इस्लामाबाद पहुंचा देंगे, उसको कह देंगे जाओ ये पाकिस्तानी है, यहाँ से चले जाओ। कहाँ चले जाएंगे हम? जन्म हमारा, भूमि हमारी, कुर्बानी हमारी, हिंदुस्तान हमारा, ये हमें कैसे बका देंगे? RSS वाले कोई कुर्बानी में है इनका कोई कि इन्होंने कुर्बानी दी और इस देश को आज़ाद कराया हो? सिखों का, मुसलमानों का, सबका, क्रिश्चियनों का, क्या हिंदुओं का मिलकर इनका साथ है। को क्या संदेश देना चाहते हो? देशवासियों को यही, सारे मिलके इस सरकार का विरोध करें और सारे मिलके किसान भाइयों का साथ दें, तभी ये सरकार झुकेगी। क्योंकि सरकार पैसा ले चुकी है। जहां सरकार गिराती थी MLA कौन खरीद के देता था? अडानी अंबानी। करोड़ों रुपए सरकार, जहां MLA खरीदे गए, गुजरात में सरकार बनाई, कांग्रेस के MLA तोड़ दिए। वहाँ उसमें सरकार बनाई, राजस्थान में, मध्य प्रदेश में, वहाँ इन्होंने पैसे दे के सरकार तोड़ी। कौन सी ऐसी जगह जहाँ इन्होंने पैसा नहीं दिया? औरों को फंडिंग बताते हैं ये लोग। ये सरकार निकम्मी सरकार है। 7 साल हो गए, 7 साल में मोदी जी बतावे कोई स्कूल बना दिया हो, कोई यूनिवर्सिटी तैयार कर दियो। हमारे लुधियाने में एक गवर्नमेंट कॉलेज है, आज तक जो 245 सीट है तो 245 ही सीट है आरक्षण की। बताओ कौन सी इन्होंने तरक्की करके दिखा दी? ये सब चोर है, पूरी सरकार ही चोर भ्रष्ट में लिपट चुकी है। आने वाले समय में आप चाहते हो कि सरकार नहीं बननी चाहिए? सरकार क्या, ये अभी 2022 का भी है, पंजाब में अभी कैंडिडेट नहीं मिल रहे इनको खड़ा करने के लिए। कैंडिडेट नहीं मिल सकते इनको, बीजेपी को यहाँ खड़ा करने। बहुत जगह पर जहाँ भी ये कैंडिडेट हो रहा है, हरियाणा के अंदर, पंजाब के अंदर, हमारे उत्तराखंड में, यूपी तलक में, सारे में इनको कैंडिडेट मिलने मुश्किल पड़ेंगे खड़ा करने के लिए 2022 के। ਸੰਯੁਕਤ ਮੋਰਚੇ ਦੇ ਵਿੱਚ ਪਹੁੰਚੇ ਆ, ਜਿਹੜਾ 3 ਕਾਲੇ ਕਾਨੂੰਨ ਹੈ ਮੋਦੀ ਦੇ, ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਉਹਨਾਂ ਬਾਰੇ ਅਗਰ ਸਾਨੂੰ 10 ਮਹੀਨਿਆਂ ਬਾਅਦ ਦੱਸਣਾ ਪਵੇ ਤੇ ਮੇਰੇ ਖਿਆਲ ਦੇ ਨਾਲ ਬਹੁਤ ਮਾੜੀ ਗੱਲ ਹੈ ਸਾਡੇ ਲਈ, ਕਿਉਂਕਿ ਸਾਰਾ ਮੀਡੀਆ ਜਾਣਦਾ ਹੈ, ਸਾਰੇ ਲੋਕ ਜਾਣਦੇ ਨੇ ਕਿ ਇਹ 3 ਕਾਲੇ ਕਾਨੂੰਨ ਜਿਹੜੇ ਸਾਡੀ ਭਾਰਤ ਸਰਕਾਰ ਨਰਿੰਦਰ ਮੋਦੀ ਜੀ ਨੇ ਬਣਾਏ ਨੇ ਉਹ ਸਾਡੇ ਲਈ ਲਾਹੇਵੰਦ ਨਹੀਂ ਹੈ, ਬਹੁਤ ਨੁਕਸਾਨ ਹੈ ਉਹਨਾਂ ਦਾ ਸਾਨੂੰ। ਅਸੀਂ ਸਿਰਫ ਇਸ ਲਈ ਹੀ ਇਹ ਜਿਹੜਾ ਮੋਰਚਾ ਲੜ ਰਹੇ ਹੈਗੇ ਆ, ਅਸੀਂ ਬੇਨਤੀ ਕਰਦੇ ਹਾਂ ਕਿ ਇਹ 3 ਕਾਲੇ ਕਾਨੂੰਨ ਜਿਹੜੇ ਰੱਦ ਕੀਤੇ ਜਾਣ, ਕਿਉਂਕਿ ਇਹਨਾਂ ਦਾ ਸਿੱਧੇ ਤੇ ਅਸਿੱਧੇ ਤੌਰ ਤੇ ਅਸਰ ਅਗਰ ਦੇਖਿਆ ਜਾਵੇ ਤਾਂ ਉਹ ਹਰ ਇੱਕ ਵਰਗ ਤੇ ਪਏਗਾ। ਇਹ ਨਹੀਂ ਹੈ ਕਿ ਇਕੱਲੀ ਕਿਸਾਨੀ ਜਾਂ ਕਿਸਾਨ ਨੂੰ ਹੀ ਇਸ ਦਾ ਨੁਕਸਾਨ ਹੋਏਗਾ, ਹਰ ਇੱਕ ਵਰਗ, ਕਿਉਂਕਿ ਹਰ ਇੱਕ ਵਰਗ ਅਸਿੱਧੇ ਤੌਰ ਤੇ ਕਿਸਾਨੀ ਦੇ ਨਾਲ ਜੁੜਿਆ ਹੋਇਆ ਹੈ ਤੇ ਸਭ ਨੂੰ ਇਹ ਨੁਕਸਾਨ ਭੁਗਤਣਾ ਪਏਗਾ। ਸੋ ਅਸੀਂ ਇਸ ਮੋਰਚੇ ਦੇ ਜ਼ਰੀਏ ਹਰ ਇੱਕ ਵਰਗ ਨੂੰ ਇਹ ਬੇਨਤੀ ਕਰਦੇ ਹਾਂ ਕਿ ਸਾਡੇ ਨਾਲ ਜੁੜੋ, ਆਪਾਂ ਇਹ ਮੋਰਚਾ ਜਿੱਤ ਕੇ 3 ਕਾਲੇ ਕਾਨੂੰਨ ਰੱਦ ਕਰਵਾਈਏ। ਇੱਕ ਤੇ ਕੋਵਿਡ ਦੀ ਮਾਰ ਝੇਲ ਰਹੇ ਆ, ਦੁਨੀਆ ਜਿਹੜੀ ਹੈ ਕੋਵਿਡ ਦੀ ਮਾਰ ਝੇਲਦੀ, ਦੂਸਰੀ ਉੱਪਰ ਦੀ ਇੰਨੀ ਮਹਿੰਗਾਈ ਹੋ ਗਈ ਹੈ, ਜਿਹੜੀ ਮਹਿੰਗਾਈ ਬਾਰੇ ਕਿਸ ਤਰ੍ਹਾਂ ਦੇਖਦੇ ਹੋ? ਦੇਖੋ ਇਹ ਜਿੰਨੀ ਵੀ ਐਕਚੁਅਲੀ ਕੋਵਿਡ ਹੈ, ਕਰੋਨਾ ਹੈ, ਠੀਕ ਹੈ, ਬਿਮਾਰੀ ਹੈ, ਉਸ ਦਾ ਇਲਾਜ ਹੋ ਜਾਏਗਾ, ਪਰ ਜਿਹੜਾ ਉਸ ਦੇ ਪਿੱਛੇ ਦੀਆਂ ਨੀਤੀਆਂ ਨੇ ਉਹ ਸਰਕਾਰਾਂ ਦੀਆਂ ਜਿਹੜੀਆਂ ਨੀਤੀਆਂ ਨੇ, ਕਿਉਂਕਿ ਉਸ ਦੇ ਵਿੱਚ ਆਪਣਾ ਹਮੇਸ਼ਾ ਫਾਇਦਾ ਦੇਖਦੀਆਂ ਨੇ ਕਿ ਅਗਰ ਕੋਵਿਡ ਹੋਇਆ ਇਹ ਜਿਹੜਾ ਪੀਰੀਅਡ ਚੱਲਿਆ ਉਹਦੇ ਵਿੱਚ ਨੁਕਸਾਨ ਹੋਇਆ ਲੋਕਾਂ ਦਾ ਤੇ ਇਹੀ ਟਾਈਮ ਹੈ ਕਿਉਂਕਿ ਉਹਨਾਂ ਨੂੰ ਚੀਜ਼ਾਂ ਤਾਂ ਖਰੀਦਣੀਆਂ ਪੈਣਗੀਆਂ, ਕਿਉਂਕਿ ਅਸੀਂ ਦੇਖੋ ਡੇਲੀ ਜਿਹੜੀਆਂ ਸਾਡੀਆਂ ਨੀਡਸ ਨੇ ਉਹਨਾਂ ਨੂੰ ਤੇ ਪੂਰਾ ਕਰਨਾ ਹੀ ਹੈਗਾ ਆ ਤੇ ਉਸ ਦੇ ਲਈ ਉਹ ਜਾਣ ਬੁੱਝ ਕੇ ਚੀਜ਼ਾਂ ਦੇ ਰੇਟ ਜਿਹੜੇ ਨੇ ਉੱਪਰ ਕਰਦੇ ਨੇ ਤਾਂ ਜੋ ਸਿਰਫ ਕਰਦੇ ਉਹ ਨੇ ਡੇਲੀ ਨੀਡਸ, ਜਿੱਦਾਂ ਕਿ ਪੈਟਰੋਲ ਡੀਜ਼ਲ ਹੋ ਗਿਆ, ਤੇਲ ਹੋ ਗਿਆ, ਖੰਡ ਹੋ ਗਏ, ਉਹਨਾਂ ਦੇ ਰੇਟ ਵਧਾਏ ਜਾਂਦੇ ਨੇ ਤਾਂ ਜੋ ਜਿਹੜੇ ਆਮ ਵਰਗ ਹੈ ਨਾ ਉਹ ਇਸ ਦੇ ਥੱਲੇ ਪਿਸਿਆ ਜਾਵੇ। ਜਿਸ ਤਰ੍ਹਾਂ ਹੁਣ ਇੱਕ ਤੋਮਰ ਸਾਹਿਬ ਦਾ ਬਿਆਨ ਆਇਆ ਸੀਗਾ, ਉਹਨਾਂ ਨੇ ਕਿਹਾ ਵੀ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਨੂੰ ਤਿਆਰ ਹੈ, ਤੁਹਾਨੂੰ ਲੱਗਦਾ ਵੀ ਇਹਦੇ ਨਾਲ ਕੋਈ ਹੱਲ ਨਿਕਲੇਗਾ? ਦੇਖੋ ਤੋਮਰ ਸਾਹਿਬ ਹਰ ਤੀਜੇ ਦਿਨ ਇਹ ਚੀਜ਼ ਕਹਿ ਤੇ ਦਿੰਦੇ ਨੇ, ਪਰ ਕਦੇ ਉਹਨਾਂ ਨੇ ਰਿਟਨ 'ਚ ਸਾਨੂੰ ਭੇਜਿਆ ਹੈ ਕਿ ਅਸੀਂ ਤੁਸੀਂ ਗੱਲਬਾਤ ਕਰਨ ਲਈ ਇਸ ਜਗ੍ਹਾ ਤੇ। ਪਿਛਲੀ ਵਾਰ ਜਦੋਂ ਜਿੰਨੀਆਂ ਮੀਟਿੰਗਸ ਹੋਈਆਂ 10-11 ਮੀਟਿੰਗਸ ਹੋਈਆਂ ਉਹਨਾਂ ਦੇ ਵਿੱਚ ਜਗ੍ਹਾ ਵੈਨਿਊ ਪੂਰਾ ਕ੍ਰੀਏਟ ਕੀਤਾ ਜਾਂਦਾ ਸੀ, ਦਿੱਤਾ ਜਾਂਦਾ ਸੀ, ਪਰ ਹੁਣ ਕੁਛ ਇੱਦਾਂ ਦਾ ਦਿੱਤਾ ਉਹ ਰਿਟਨ 'ਚ ਦੇਣ ਸਾਨੂੰ, ਤੇ ਕਿਉਂ ਨਹੀਂ, ਅਸੀਂ ਤੇ ਜਾਣ ਨੂੰ ਤਿਆਰ ਬੈਠੇ ਹਾਂ। ਸਾਡੀਆਂ ਜਿਹੜੀਆਂ 31 ਜਥੇਬੰਦੀਆਂ ਨੇ ਉਹ ਤਿਆਰ ਬੈਠੀਆਂ ਨੇ ਕਿ ਸਾਨੂੰ ਬੁਲਾਵਾ ਆਵੇ, ਅਸੀਂ ਜਾ ਕੇ ਉੱਥੇ ਗੱਲ ਕਰੀਏ, ਪਰ ਉਹ ਟੀਵੀ ਤੇ ਬਿਆਨ ਦੇਣਾ, ਦੂਸਰਾ ਜਿਹੜਾ
ਉਹਨਾਂ ਦਾ ਮੀਡੀਆ ਹੈ, ਵਿਕਿਆ ਹੋਇਆ ਮੀਡੀਆ ਹੈ, ਉਹਨਾਂ ਦੇ ਵੱਲੋਂ ਉਹਨਾਂ ਨੂੰ ਹੈਸ਼ਟੈਗ ਬਣਾ ਕੇ ਚਲਾਉਣਾ ਕਿ ਤੋਮਰ ਜੀ ਨੇ ਇਹ ਕਹਿ ਦਿੱਤਾ ਹੈ ਕਿ ਅਸੀਂ ਤਿਆਰ ਆ, ਅਸੀਂ ਤਿਆਰ ਆ, ਉਸ ਦੇ ਨਾਲ ਕੁਝ ਨਹੀਂ ਹੁੰਦਾ। ਰਿਟਰਨ 'ਚ ਭੇਜਣ ਤੇ ਅਸੀਂ ਤਿਆਰ ਹੋਵਾਂਗੇ। ਦੂਸਰੀ ਗੱਲ, ਮੀਟਿੰਗ ਰੱਖਣੀ ਹੈ ਪਰ ਬਾਰ-ਬਾਰ ਕਹਿਣਾ ਹੈ ਸੋਧ ਕਰ ਦਾਂਗੇ। ਦੇਖੋ ਇਹ ਚੀਜ਼ਾਂ ਨਹੀਂ ਹੁੰਦੀਆਂ। ਤੁਸੀਂ ਜਨਤਾ ਦੇ ਸਿਰ ਤੇ ਬਣੇ ਹੋ, ਤੁਸੀਂ ਉਹਨਾਂ ਦੇ ਲਈ ਆਪਣੇ ਸੋ ਕਾਲਡ ਜਿਹੜੇ ਸ਼ਰਤਾਂ ਨਹੀਂ ਰੱਖ ਸਕਦੇ। ਜਨਤਾ ਨੂੰ ਇਸ ਦੇ ਕੀ ਅਪੀਲ ਕਰਨੀ ਚਾਹੁੰਦੇ? ਅਸੀਂ ਜਨਤਾ ਨੂੰ ਇਹ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ, ਕਿਉਂਕਿ ਦੇਖੋ ਅਗਰ ਅਸੀਂ ਸੋਸ਼ਲ ਮੀਡੀਆ ਸਟਾਰ ਬਣ ਕੇ ਨਾ ਉੱਥੇ ਜਿਹੜੀ ਕਮੈਂਟਸ ਵਾਲੀ ਲੜਾਈ ਲੜਾਂਗੇ, ਉਹ ਚੀਜ਼ ਦਾ ਨੁਕਸਾਨ ਸਾਨੂੰ ਹੀ ਭੁਗਤਣਾ ਪਏਗਾ। ਸੋ ਤੁਸੀਂ ਸਾਹਮਣੇ ਆ ਕੇ ਸਾਡਾ ਸਾਥ ਦਿਓ, ਕਿਸਾਨਾਂ ਦਾ ਸਾਥ ਦਿਓ। ਆਪਾਂ ਇੱਕ ਆ, ਸਾਰੇ ਧਰਮ ਇੱਕ ਆ, ਸਾਰੀਆਂ ਜਿਹੜੀਆਂ ਜਿੰਨੇ ਵੀ ਕਿੱਤਾ ਵਰਗ ਨੇ ਉਹ ਸਾਰੇ ਇੱਕ ਆ। ਸਾਡੀ ਲੜਾਈ ਸਿਰਫ ਤੋਂ ਸਿਰਫ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਹੈ, ਹੋਰ ਕਿਸੇ ਖਿਲਾਫ ਨਹੀਂ। ਸਾਡਾ ਸਾਥ ਦਿਓ।